ਡੀਅਰ ਸਟੂਡੈਂਟ, ਅੱਜ ਅਸੀਂ ਇੱਕ ਨਵਾਂ ਆਰਟੀਕਲ ਜਿਹੜਾ ਹੈ ਅੱਗੇ ਫਰਦਰ ਡਰਾਈਵ ਕਰਨ ਜਾ ਰਹੇ ਹਾਂ। ਉਹ ਕਿਹੜਾ ਆਰਟੀਕਲ ਹੈ? ਮੈਗਨੈਟਿਕ ਫੀਲਡ ਡਿਊ ਟੂ ਸਟ੍ਰੇਟ ਕਰੰਟ ਕੈਰਿੰਗ ਵਾਇਰ। ਇੱਕ ਸਾਡੇ ਕੋਲ ਸਟ੍ਰੇਟ ਕਰੰਟ ਕੈਰਿੰਗ ਵਾਇਰ ਹੈ, ਉਹਦੇ ਕਰਕੇ ਅਸੀਂ ਜਿਹੜਾ ਹੈ ਕਿਸੇ ਪੁਆਇੰਟ ਦੇ ਉੱਪਰ ਜਿਹੜਾ ਹੈ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਹੈ। ਨਾਲ ਅਸੀਂ ਇਸ ਆਰਟੀਕਲ ਦਾ ਇੱਕ ਸਪੈਸ਼ਲ ਕੇਸ ਕਰਾਂਗੇ। ਜੇਕਰ ਵਾਇਰ ਦੀ ਲੈਂਥ ਇਨਫਾਈਨਾਈਟ ਹੋਵੇ ਤਾਂ ਸਾਡੇ ਕੋਲ ਜਿਹੜਾ ਹੈ ਮੈਗਨੈਟਿਕ ਫੀਲਡ ਦਾ ਕੀ ਰਿਜ਼ਲਟ ਆਏਗਾ। ਨਾਓ ਲੈਟਸ ਸਟਾਰਟ। ਹੇਅਰ XY is a very long straight conductor। ਇਹ ਸਾਡੇ ਕੋਲ ਇੱਕ straight conductor ਹੈ in which the current I is flowing in the direction from X to Y। X ਤੋਂ Y ਵਾਲੇ ਪਾਸੇ ਜਿਹੜਾ ਹੈ ਕਰੰਟ I ਫਲੋ ਕਰ ਰਿਹਾ ਹੈ। And P be the observation point where we want to calculate the magnitude of magnetic field। ਇੱਥੇ ਅਸੀਂ ਜਿਹੜਾ ਹੈ magnetic field find out ਕਰਨਾ ਹੈ due to this straight conductor। Now ਪਹਿਲਾ ਸਟੈਪ ਸਾਡਾ ਜਿਹੜਾ ਬਾਇਓਟ ਸੈਵਰਟਸ ਲਾਅ ਦੇ ਅਕੋਰਡਿੰਗ ਜਿਹੜਾ ਹੈ ਉਹ ਫਾਰਮੂਲਾ ਤਾਂ ਹੀ ਐਪਲੀਕੇਬਲ ਹੁੰਦਾ ਹੈ ਕਿ ਪਹਿਲਾਂ ਅਸੀਂ ਵਾਇਰ ਦੇ ਉੱਤੇ ਇੱਕ ਵੈਰੀ ਸਮਾਲ ਇਨਫਾਈਨਾਈਟੈਸੀਮਲ ਸਮਾਲ ਕਰੰਟ ਐਲੀਮੈਂਟ ਨੂੰ ਅਸੀਂ ਚੂਜ਼ ਕਰਦੇ ਹਾਂ। ਨਾਓ ਦਿਸ AB it is a current element of length DL। ਇੱਕ ਅਸੀਂ ਕਰੰਟ ਐਲੀਮੈਂਟ ਲੈ ਲਿਆ AB ਤੇ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਹੈ? ਦੇਖੋ ਜਿੱਧਰ ਨੂੰ ਸਾਡਾ ਕਰੰਟ ਫਲੋ ਕਰਦਾ ਹੈ ਉਸੇ ਪਾਸੇ ਉਸ ਦੀ ਜਿਹੜੀ ਹੈ ਡਾਇਰੈਕਸ਼ਨ ਹੈ। ਵਾਟ ਇਜ਼ AB? ਕਰੰਟ ਐਲੀਮੈਂਟ। ਤੇ ਕਰੰਟ ਐਲੀਮੈਂਟ ਨੂੰ ਅਸੀਂ ਡਿਨੋਟ ਕਰਨਾ ਕਰਦੇ ਹਾਂ DIDL ਵੈਕਟਰ। ਨਾਓ ਇਟਸ ਡਾਇਰੈਕਸ਼ਨ ਇਜ਼ ਇਨ ਦਾ ਡਾਇਰੈਕਸ਼ਨ ਆਫ ਕਰੰਟ। ਪਹਿਲਾ ਸਟੈਪ ਹੋ ਗਿਆ ਕਿ ਇਹਨੂੰ ਅਸੀਂ ਵਾਇਰ ਨੂੰ ਇੱਕ ਛੋਟੇ ਹਿੱਸੇ 'ਚ ਡਿਵਾਈਡ ਕੀਤਾ, ਉਹਦਾ ਨਾਮ ਹੈ AB। ਇਸ ਕਰੰਟ ਐਲੀਮੈਂਟ ਦਾ ਅਸੀਂ ਸੈਂਟਰ ਲੈ ਲਿਆ C ਤੋਂ ਆਬਜ਼ਰਵੇਸ਼ਨ ਪੁਆਇੰਟ ਤੱਕ ਅਸੀਂ ਇੱਕ ਡਿਸਟੈਂਸ ਜਿਹੜਾ ਮਾਰਕ ਕਰ ਦਿੱਤਾ, ਉਹਦਾ ਨਾਮ ਹੈ R। ਜੇ ਤੇ ਇੱਥੇ ਐਰੋ ਪਾਣੀ ਹੈ ਤਾਂ ਇੱਥੇ ਵੈਕਟਰ ਪਾਣਾ ਹੈ, ਅਦਰਵਾਈਜ਼ ਜੇ ਇੱਥੇ ਐਰੋ ਨਹੀਂ ਪਾ ਰਹੇ ਤੇ ਸਿੰਪਲੀ ਤੁਸੀਂ ਉਹਦਾ ਡਿਸਟੈਂਸ ਜਿਹੜਾ ਹੈ ਸ਼ੋ ਕਰ ਸਕਦੇ ਹੋ। ਨਾਓ ਦਿਸ ਇਜ਼ ਦਾ ਡਿਸਟੈਂਸ ਆਫ ਦੀ observation point from the center of the current element। ਜੇ ਤੁਸੀਂ ਇੱਥੇ ਵੈਕਟਰ ਨਹੀਂ ਪਾਣਾ ਚਾਹੁੰਦੇ then you can write like this। ਸਿੰਪਲ ਤੁਸੀਂ ਜਿਹੜਾ ਹੈ ਇੱਥੇ R ਦੇ ਨਾਲ ਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ। ਨਾਓ R ਵਿੱਚ ਤੇ ਕਰੰਟ ਐਲੀਮੈਂਟ ਦੀ ਡਾਇਰੈਕਸ਼ਨ ਦੇ ਵਿੱਚ ਜਿਹੜਾ ਸਾਡੇ ਕੋਲ ਐਂਗਲ ਹੈ that angle is equal to theta। ਇਹ ਆਲਰੇਡੀ ਅਸੀਂ ਜਦੋਂ ਬਾਇਓਟ ਸੈਵਰਟਸ ਲਾਅ ਪੜਿਆ ਸੀ ਸੇਮ ਇਸੇ ਤਰੀਕੇ ਨਾਲ ਹੀ ਅਸੀਂ ਉਹਨੂੰ ਵੀ ਆਪਾਂ ਡਿਸਕਸ ਕੀਤਾ ਸੀ। ਨਾਓ ਫਰੋਮ ਪੁਆਇੰਟ P, ਇੱਥੇ ਕੀ ਕਰਨਾ? ਅਸੀਂ ਇੱਕ ਕੰਸਟਰਕਸ਼ਨ ਕਰਦੇ ਹਾਂ। ਫਰੋਮ ਪੁਆਇੰਟ P we draw a perpendicular। ਅਸੀਂ ਇੱਕ ਇੱਥੇ ਪਰਪੈਂਡੀਕੂਲਰ ਜਿਹੜਾ ਹੈ ਡਰਾ ਕਰ ਦਿੰਦੇ ਹਾਂ ਜਿਹਦਾ ਨਾਮ ਹੈ PM। ਇੱਕ ਪਰਪੈਂਡੀਕੂਲਰ ਅਸੀਂ ਡਰਾ ਕਰਤਾ PM on the wire from the observation point। ਇਹ ਸਾਡੀ ਕੰਸਟਰਕਸ਼ਨ ਹੈ ਕਿਉਂਕਿ ਅਸੀਂ ਆਰਟੀਕਲ ਜਿਹੜਾ ਹੈ ਉਹਨੂੰ ਆਪਾਂ ਡਰਾਈਵ ਕਰਨਾ ਹੈ। ਸਪੋਜ਼ ਇਹਦਾ ਡਿਸਟੈਂਸ ਜਿਹੜਾ ਹੈ ਆਬਜ਼ਰਵੇਸ਼ਨ ਪੁਆਇੰਟ ਤੋਂ ਜਿਹੜਾ ਵਾਇਰ ਦਾ ਡਿਸਟੈਂਸ ਹੈ ਇਟ ਇਜ਼ ਇਕੁਅਲ ਟੂ A। ਵਾਟ ਇਜ਼ A? ਇਟ ਇਜ਼ ਅ ਪਰਪੈਂਡੀਕੂਲਰ ਡਿਸਟੈਂਸ। ਇਹ ਯਾਦ ਰੱਖਣਾ ਹੈ, ਇੱਥੇ ਮੈਂ ਲਿਖ ਦੇਣਾ ਹੈ ਪਰਪੈਂਡੀਕੂਲਰ ਡਿਸਟੈਂਸ ਹੈਗਾ ਜੇ ਆਬਜ਼ਰਵੇਸ਼ਨ ਪੁਆਇੰਟ ਦਾ ਫਰੋਮ ਦੀ ਸਟ੍ਰੇਟ ਕੰਡਕਟਰ। ਤੇ R ਕੀ ਚੀਜ਼ ਹੈ? ਇਹ ਸਾਡਾ ਜਿਹੜਾ ਕਰੰਟ ਐਲੀਮੈਂਟ ਹੈ ਉਹਦਾ ਡਿਸਟੈਂਸ ਹੈ ਆਬਜ਼ਰਵੇਸ਼ਨ ਪੁਆਇੰਟ ਦਾ। ਨਾਓ ਇਫ ਦਿਸ ਇਜ਼ A ਐਂਡ ਦਿਸ ਇਜ਼ R, ਅਸੀਂ ਕੀ ਕਰਦੇ ਹਾਂ? ਸਾਡੇ ਕੋਲ ਜਿਹੜਾ ਹੈ C ਤੋਂ ਲੈ ਕੇ M ਤੱਕ ਇੱਕ ਡਿਸਟੈਂਸ ਅਸੀਂ ਹੋਰ ਮਾਰਕ ਕਰ ਦਿੰਦੇ ਹਾਂ। ਇਧਰਲੇ ਪਾਸੇ ਅਸੀਂ ਲਿਖ ਦਿੰਦੇ ਹਾਂ L। C ਤੋਂ ਲੈ ਕੇ M ਤੱਕ ਸਾਡੇ ਕੋਲ ਡਿਸਟੈਂਸ ਆ ਗਿਆ L। ਇਹਨੂੰ L ਕਿਉਂ ਲਿਖਿਆ? ਕਿਉਂਕਿ ਇਧਰਲੇ ਪਾਸੇ ਸਾਡੇ ਕੋਲ ਲੈਂਥ ਐਲੀਮੈਂਟ ਹੈ। ਇਹ ਡਿਸਟੈਂਸ ਸਾਡਾ L ਹੋ ਗਿਆ। ਇਹਦਾ ਮਤਲਬ ਇਸ ਡਾਇਗਰਾਮ ਦੇ ਵਿੱਚ ਜੇ ਅਸੀਂ ਨੋਟ ਕਰੀਏ what is CP?
CP ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ R, what is PM, it is equal to A, and what is CM, it is equal to ਸਾਡੇ ਕੋਲ ਕਿੰਨਾ ਆ ਗਿਆ ਹੈ, ਸਾਡੇ ਕੋਲ ਆ ਗਿਆ it is equal to L। now ਇੱਕ ਸਾਡੇ ਕੋਲ ਦੇਖੋ ਇੱਥੇ ਵੀ ਐਂਗਲ ਬਣਦਾ ਪਿਆ, ਇਸ ਐਂਗਲ ਦਾ ਅਸੀਂ ਜਿਹੜਾ ਨਾਮ ਰੱਖ ਦਿੱਤਾ ਹੈ phi। this is the angle theta ਜਿਹੜਾ ਅਸੀਂ ਆਲਰੇਡੀ ਡਿਸਕਸ ਕਰਦੇ ਹਾਂ ਬਾਇਓਟ-ਸੇਵਰਟਸ ਲਾਅ ਚ। ਤੇ ਜਿਹੜਾ ਆ ਐਂਗਲ ਹੈ ਆਪਣੇ ਅਕੋਰਡਿੰਗ ਅਸੀਂ ਇਹਦਾ ਨੇਮ ਰੱਖ ਦਿੱਤਾ ਹੈ phi। ਤੇ ਤੁਸੀਂ ਇਹ ਡਾਇਗਰਾਮ ਦੇ ਵਿੱਚ ਆ ਚੀਜ਼ ਰਿਪਰੈਜ਼ੈਂਟ ਨਹੀਂ ਕਰਨੀ, ਇਹ ਤੁਹਾਡੇ ਵਾਸਤੇ ਮੈਂ ਲਿਖੀ ਸੀ ਕਿ A ਕੀ ਚੀਜ਼ ਹੈ, it is the perpendicular distance, A is the perpendicular distance of the observation point। now according to Biot-Savart law, according to Biot-Savart law, small amount of magnetic field at point B, ਇਸ P ਪੁਆਇੰਟ ਦੇ ਉੱਤੇ ਇਸ ਥੋੜੇ ਜੇ ਕਰੰਟ ਐਲੀਮੈਂਟ ਕਰਕੇ ਜਿਹੜਾ ਸਮਾਲ ਮੈਗਨੈਟਿਕ ਫੀਲਡ ਆਏਗਾ dB, it is given by mu naught divided by 4 pi, ਅੱਗੇ ਆ ਜਾਏਗਾ I dl sin theta divided by ਸਾਡੇ ਕੋਲ ਆ ਜਾਏਗਾ r square, ਨੀਚੇ ਆ ਜਾਏਗਾ r square, ਕਿਉਂਕਿ ਡਿਸਟੈਂਸ ਕਿਹੜਾ ਲੈਨੇ ਅਸੀਂ ਕਰੰਟ ਐਲੀਮੈਂਟ ਦੇ ਸੈਂਟਰ ਤੋਂ ਆਬਜ਼ਰਵੇਸ਼ਨ ਪੁਆਇੰਟ ਤੱਕ ਅਸੀਂ ਜਿਹੜਾ ਡਿਸਟੈਂਸ ਉਹ ਮਾਰਕ ਕਰਦੇ ਹਾਂ। ਪਿਛਲੇ ਜਿਹੜੇ ਦੋ ਆਰਟੀਕਲ ਬੇਟਾ ਤੁਸੀਂ ਜਿਹੜੇ ਪੜ੍ਹੇ ਸਰਕੂਲਰ ਕੋਆਇਲ ਦੇ, ਉਹਨਾਂ ਵਿੱਚ ਤੁਸੀਂ ਨੋਟ ਕੀਤਾ ਹੋਣਾ ਹੈ ਕਿ ਸਾਡਾ ਥੀਟਾ ਦੋਨੋਂ ਆਰਟੀਕਲ 'ਚ ਅਸੀਂ 90 ਡਿਗਰੀ ਭਰਿਆ ਸੀ ਤੇ sin 90 ਸਾਡਾ ਕਿੰਨਾ ਹੋ ਜਾਂਦਾ ਹੈ 1। ਪਰ ਅੱਜ ਜਿਹੜਾ ਹੈ ਥੀਟਾ ਦੀ ਵੈਲਿਊ ਸਾਡੀ 90 ਡਿਗਰੀ ਡਾਇਗਰਾਮ ਦੇ ਅਕੋਰਡਿੰਗ ਨਹੀਂ ਹੈ। ਨਾਓ ਇਸ ਆਰਟੀਕਲ ਨੂੰ ਅਸੀਂ ਕਿਸ ਤਰ੍ਹਾਂ ਫਰਦਰ ਜਿਹੜਾ ਆਪਾਂ ਸੋਲਵ ਕਰਨਾ ਹੈ, ਇਹ ਸਾਡੀ ਇਕੁਏਸ਼ਨ ਨੰਬਰ ਆ ਗਈ ਸਾਡੇ ਕੋਲ 1। ਨਾਓ ਇੱਕ ਚੀਜ਼ ਆਪਣੇ ਮਾਈਂਡ ਵਿੱਚ ਰੱਖਣੀ ਹੈ ਕਿ ਜਦੋਂ ਵੀ ਸਟ੍ਰੇਟ ਕਰੰਟ ਕੈਰਿੰਗ ਕੰਡਕਟਰ ਦਾ ਆਰਟੀਕਲ ਆਏ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ, ਇਹ ਪੂਰੀ ਇਕੁਏਸ਼ਨ ਨੂੰ ਇਨ ਟਰਮ ਆਫ phi ਦੇ ਵਿੱਚ ਜਿਹੜਾ ਹੈ ਤੁਸੀਂ ਇਹਨੂੰ ਚੇਂਜ ਕਰਨਾ ਹੈ। ਕਿਉਂ ਚੇਂਜ ਕਰਨਾ ਹੈ ਇਹਦੇ ਬਾਰੇ ਮੈਂ ਫਰਦਰ ਡਿਸਕਸ ਕਰਾਂਗਾ। ਹਲੇ ਯਾਦ ਰੱਖਣਾ ਹੈ ਕਿ ਜਦੋਂ ਵੀ ਸਾਡੇ ਕੋਲ ਇਹ ਆਰਟੀਕਲ ਆਏ ਅਸੀਂ ਕੀ ਕਰਨਾ ਹੈ, sin ਥੀਟਾ ਨੂੰ phi ਦੇ ਵਿੱਚ ਬਦਲਣਾ ਹੈ, ਮਤਲਬ ਐਂਗਲ ਜਿਹੜਾ ਥੀਟਾ ਦੀ ਜਗ੍ਹਾ ਤੇ phi ਹੋਣਾ ਚਾਹੀਦਾ ਹੈ। ਜਿਹੜਾ r ਹੈ ਇਹਨੂੰ ਵੀ ਇਨ ਟਰਮ ਆਫ phi ਦੇ ਵਿੱਚ ਬਦਲ ਦੇਣਾ ਹੈ, ਤੇ ਜਿਹੜਾ ਸਾਡੇ ਕੋਲ ਤੇ dl ਲੱਗਾ ਹੈ ਸਮਾਲ ਲੈਂਥ ਐਲੀਮੈਂਟ, ਇਹਨੂੰ ਵੀ ਅਸੀਂ ਜਿਹੜਾ ਹੈ ਕਨਵਰਟ ਕਰਨਾ ਹੈ ਇਨ ਟਰਮ ਆਫ phi। ਬਾਕੀ ਕਰੰਟ ਤੇ ਆ ਚੀਜ਼ਾਂ ਸਾਡੀਆਂ ਫਿਕਸ ਹੈ, ਆ ਤਿੰਨ ਚੀਜ਼ਾਂ dl, ਆ sin ਥੀਟਾ ਤੇ ਇਹ ਸਾਡਾ r, ਇਹਨਾਂ ਤਿੰਨਾਂ ਨੂੰ ਅਸੀਂ ਜਿਹੜਾ ਹੈ ਇਨ ਟਰਮ ਆਫ phi ਦੇ ਵਿੱਚ ਕਨਵਰਟ ਕਰਨਾ ਹੈ। ਆਓ ਕਿਸ ਤਰ੍ਹਾਂ ਕਰਦੇ ਦੇਖੋ। ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਨੋਟ ਕਰੋ ਇਨ, ਇਹ ਤੁਸੀਂ ਇੱਥੇ ਟਿਕ ਦੇ ਨਿਸ਼ਾਨ ਨਹੀਂ ਲਗਾਣੇ, ਇਨ ਰਾਈਟ ਐਂਗਲ ਟ੍ਰਾਇੰਗਲ, ਕਿਹੜੀ ਟ੍ਰਾਇੰਗਲ ਹੈ CMP ਦੇ ਵਿੱਚ ਸਾਨੂੰ ਪਤਾ ਹੈ ਕਿ ਇਸ ਟ੍ਰਾਇੰਗਲ ਦੇ ਵਿੱਚ ਤਿੰਨਾਂ ਐਂਗਲ ਦਾ ਜਿਹੜਾ ਸਮ ਹੁੰਦਾ ਹੈ ਉਹ 180 ਡਿਗਰੀ ਹੁੰਦਾ ਹੈ। ਇਹਦਾ ਮਤਲਬ ਆ ਤਿੰਨ ਜਿਹੜੇ ਐਂਗਲਸ ਨੇ ਇਹਨਾਂ ਦਾ ਸਮ 180, ਥੀਟਾ ਪਲੱਸ phi ਪਲੱਸ ਸਾਡੇ ਕੋਲ 90 ਡਿਗਰੀ is equal to 180 ਡਿਗਰੀ। ਥੀਟਾ ਪਲੱਸ phi ਪਲੱਸ 90 ਡਿਗਰੀ, ਇਹ ਸਾਡੇ ਕੋਲ 180 ਹੈ, 90 ਉੱਧਰ ਜਾ ਕੇ ਮਾਈਨਸ ਹੋ ਗਿਆ, ਥੀਟਾ ਪਲੱਸ phi is equal to 90 ਡਿਗਰੀ। ਜਦੋਂ 90 ਉੱਧਰ ਜਾਓਗੇ ਤੇ ਮਾਈਨਸ ਹੋ ਜਾਏਗਾ, 180 ਚੋਂ 90 ਗਏ ਤੇ ਸਾਡੇ ਕੋਲ 90, ਤੇ ਵਿੱਚੋਂ ਅਸੀਂ ਜਿਹੜਾ ਹੈ phi ਦੀ ਜਿਹੜੀ ਥੀਟਾ ਦੀ ਵੈਲਿਊ ਅਸੀਂ ਨਿਕਾਲ ਲੈਨੇ ਆ। ਥੀਟਾ ਦੀ ਵੈਲਿਊ ਆ ਜਾਏਗੀ 90 ਮਾਈਨਸ phi। ਥੀਟਾ ਦੀ ਵੈਲਿਊ ਦੇਖੋ ਅਸੀਂ phi ਦੇ ਵਿੱਚ ਕਨਵਰਟ ਕਰ ਦਿੱਤੀ। ਮੈਂ ਪਹਿਲਾਂ ਹੀ ਕਿਹਾ ਸੀ ਕਿ ਸਾਰੇ ਨੂੰ ਅਸੀਂ ਜਿਹੜਾ ਹੈ phi ਦੇ ਵਿੱਚ ਕਨਵਰਟ ਕਰਨ ਲੱਗੇ ਆ। ਸਾਡੇ ਕੋਲ ਥੀਟਾ ਦੀ ਵੈਲਿਊ ਆ ਗਈ 90 ਮਾਈਨਸ phi। ਦਿਸ ਇੰਪਲਾਈ ਸਾਡੇ ਕੋਲ sin ਥੀਟਾ, ਇੱਥੇ sin ਲਗਾ ਲਓ। ਨਾਓ sin ਥੀਟਾ ਇਧਰ ਵੀ sin ਲੱਗ ਜਾਏਗਾ, इधर आ जाएगा sin 90 माइनस phi।
ਜਿਹੜੇ ਬੱਚੇ ਤੇ ਨੌਨ ਮੈਡੀਕਲ ਦੇ ਨੇ ਉਹਨਾਂ ਨੂੰ ਪਤਾ ਹੈ ਕਿ sin 90 ਮਾਈਨਸ φ ਇਟ ਇਜ਼ ਇਕੁਅਲ ਟੂ cos φ। ਹੁਣ ਜਿਹੜੇ ਮੈਡੀਕਲ ਵਾਲੇ ਸਟੂਡੈਂਟਸ ਨੇ ਤੁਹਾਨੂੰ ਆ ਚੀਜ਼ ਯਾਦ ਰੱਖਣੀ ਪਏਗੀ ਕਿ sin 90 ਮਾਈਨਸ φ ਕਿਹਦੇ ਇਕੁਅਲ ਹੁੰਦਾ ਹੈ? ਇਟ ਇਜ਼ ਇਕੁਅਲ ਟੂ cos φ। ਨਾਓ sin ਥੀਟਾ ਉਹ ਕਿਹਦੇ ਇਕੁਅਲ ਹੋ ਜਾਏਗਾ? ਸਾਡੇ ਕੋਲ cos φ ਦੇ ਇਕੁਅਲ ਹੋ ਗਿਆ। ਇਹਦਾ ਮਤਲਬ sin ਥੀਟਾ ਦੀ ਵੈਲਿਊ φ ਦੇ ਰੂਪ ਚ ਕਨਵਰਟ ਕਰਾਂਗਾ ਤੇ sin ਥੀਟਾ ਦੀ ਵੈਲਿਊ ਕਿਹਦੇ ਇਕੁਅਲ ਆ ਜਾਏਗੀ? ਸਾਡੇ ਕੋਲ cos φ। ਇੱਥੇ ਪੁੱਟ ਕਰਾਂਗੇ ਆਪਾਂ cos φ। ਨਾਓ ਇੱਕ ਚੀਜ਼ ਚੇਂਜ ਹੋ ਗਈ, ਹੁਣ r ਦੀ ਵੈਲਿਊ। ਨਾਓ ਹਾਊ ਟੂ ਕਨਵਰਟ r ਨੂੰ ਕਿਸ ਤਰ੍ਹਾਂ ਅਸੀਂ ਕਨਵਰਟ ਕਰਨਾ ਹੈ? ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਦੇਖੋ ਸਾਡੇ ਕੋਲ cos φ ਨਿਕਾਲਣਾ ਹੈ। ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਅਸੀਂ cos ਨਿਕਾਲਣਾ ਹੈ। cos ਦਾ ਜਿਹੜਾ ਫਾਰਮੂਲਾ ਹੁੰਦਾ ਹੈ ਬੇਸ ਓਵਰ ਹੁੰਦਾ ਹੈ ਹਾਈਪੋਟੇਨਿਊਜ਼। ਨਾਓ φ ਬਾਰੇ ਗੱਲ ਕਰ ਰਹੇ ਹਾਂ, ਥੀਟੇ ਨੂੰ ਨਹੀਂ ਦੇਖਣਾ, ਅਸੀਂ φ ਬਾਰੇ ਗੱਲ ਕਰ ਰਹੇ ਹਾਂ। ਮੈਂ ਥੀਟਾ ਇੱਥੇ ਰੱਬ ਕਰ ਦੇਣਾ, ਹਾਲੇ ਮੈਂ ਰੱਬ ਕੀਤਾ ਹੈ, ਬਾਅਦ ਚੋਂ ਲਿਖ ਦਾਂਗੇ, ਤੁਸੀਂ ਸਿਰਫ φ ਦੇ ਅਕੋਰਡਿੰਗ ਚੱਲਣਾ ਹੈ। ਨਾਓ ਬੇਸ ਓਵਰ ਹਾਈਪੋਟੇਨਿਊਜ਼, ਐਂਗਲ ਦੇ ਸਾਹਮਣੀ ਸਾਈਡ ਜਿਹੜੀ ਹੁੰਦੀ ਹੈ ਪਰਪੈਂਡੀਕੂਲਰ ਹੁੰਦੀ ਹੈ ਤੇ ਆ ਬੇਸ ਹੋ ਗਿਆ, ਆ ਪਰਪੈਂਡੀਕੂਲਰ ਹੋ ਗਿਆ ਤੇ ਆ ਸਾਡੇ ਕੋਲ ਕੀ ਹੋ ਗਿਆ? ਹਾਈਪੋਟੇਨਿਊਜ਼। ਸਾਡੇ ਕੋਲ ਕੀ ਹੈ? ਬੇਸ ਓਵਰ ਹਾਈਪੋਟੇਨਿਊਜ਼। ਬੇਸ ਕਿਹੜਾ ਹੈ? A ਤੇ ਹਾਈਪੋਟੇਨਿਊਜ਼ ਕਿਹੜਾ ਸਾਡੇ ਕੋਲ? R। ਫਿਰ ਦੇਖ ਲਓ ਜਿਹੜਾ ਐਂਗਲ ਹੁੰਦਾ ਹੈ φ ਉਹਦੇ ਸਾਹਮਣੀ ਸਾਈਡ ਪਰਪੈਂਡੀਕੂਲਰ, ਬਾਕੀ ਤੁਹਾਨੂੰ ਪਤਾ ਹੀ ਹੈ ਸਲਾਂਟਿੰਗ ਵਾਲੀ ਹਾਈਪੋਟੇਨਿਊਜ਼, ਤੇ ਜਿਹੜੀ ਬਾਕੀ ਬਚੇਗੀ ਉਹ ਸਾਡੀ ਕਿਹੜੀ ਆ ਜਾਏਗੀ? ਬੇਸ। ਤੇ ਸਾਡੇ ਕੋਲ ਆ ਗਿਆ cos φ ਦਾ ਫਾਰਮੂਲਾ A ਓਵਰ R। ਇਥੋਂ ਅਸੀਂ ਕੀ ਕੀਤਾ? R ਦੀ ਵੈਲਿਊ ਨਿਕਾਲਣੀ ਹੈ, R ਉੱਪਰ ਲੈ ਗਏ ਤੇ cos φ ਨੀਚੇ ਲੈ ਆਏ। ਇਹਦਾ ਮਤਲਬ R ਦੀ ਜਿਹੜੀ ਵੈਲਿਊ ਆਏਗੀ A ਓਵਰ ਤੇ ਸਾਡੇ ਕੋਲ ਆ ਗਈ cos φ। R ਨੂੰ ਅਸੀਂ ਕ੍ਰੋਸ ਮਲਟੀਪਲਾਈ ਕਰਕੇ ਉੱਪਰ ਲੈ ਗਏ ਤੇ cos φ ਨੂੰ ਅਸੀਂ ਨੀਚੇ ਲੈ ਗਏ। R ਦੀ ਵੈਲਿਊ ਆ ਗਈ cos φ। ਇਹਦਾ ਮਤਲਬ R ਦੀ ਵੈਲਿਊ ਵੀ φ ਦੇ ਵਿੱਚ ਕਨਵਰਟ ਹੋ ਗਈ ਤੇ ਸਾਡੇ ਕੋਲ ਥੀਟੇ ਦੀ ਵੈਲਿਊ ਵੀ ਸਾਡੀ ਜਿਹੜੀ ਹੈ sin ਥੀਟੇ ਦੀ ਵੈਲਿਊ ਵੀ φ ਦੇ ਵਿੱਚ ਜਿਹੜੀ ਹੈ ਉਹ ਕਨਵਰਟ ਹੋ ਗਈ। ਇਥੋਂ ਮੈਂ ਥੋੜਾ ਜਿਹਾ ਰੱਬ ਕਰਨ ਲੱਗਾ ਹਾਂ, ਬਾਅਦ ਵਿੱਚੋਂ ਅਸੀਂ ਇਕੁਏਸ਼ਨ ਨੰਬਰ 1 ਦੁਬਾਰਾ ਲਿਖ ਕੇ ਉਹਦੇ ਵਿੱਚ ਇਹ ਵੈਲਿਊਜ਼ ਜਿਹੜੀਆਂ ਨੇ ਆਪਾਂ ਪੁੱਟ ਕਰ ਦਾਂਗੇ। ਨਾਓ ਇਸੇ ਹੀ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਨਾਓ ਅਸੀਂ ਨਿਕਾਲਦੇ ਹਾਂ tan φ। ਇਸੇ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚੋਂ ਅਸੀਂ tan φ ਦੀ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ। ਨਾਓ φ ਕਿਸ ਤਰ੍ਹਾਂ? tan ਦਾ ਫਾਰਮੂਲਾ ਪਰਪੈਂਡੀਕੂਲਰ ਓਵਰ ਬੇਸ। ਨਾਓ ਵਾਟ ਇਜ਼ ਪਰਪੈਂਡੀਕੂਲਰ? ਐਂਗਲ ਦੇ ਸਾਹਮਣੇ ਵਾਲੀ ਸਾਈਡ ਪਰਪੈਂਡੀਕੂਲਰ। ਸਾਡੇ ਕੋਲ ਪਰਪੈਂਡੀਕੂਲਰ ਆ ਗਿਆ L ਤੇ ਬੇਸ ਸਾਡੇ ਕੋਲ ਕਿਹੜਾ ਹੈਗਾ? ਸਾਡੇ ਕੋਲ ਆ ਗਿਆ A। ਇਹਦਾ ਮਤਲਬ tan φ ਦੀ ਵੈਲਿਊ ਕਿੰਨੀ ਆ ਗਈ? ਸਾਡੇ ਕੋਲ L ਓਵਰ A। ਦਿਸ ਇੰਪਲਾਈ ਵਿੱਚੋਂ L ਨਿਕਾਲ ਲਓ। L ਦੀ ਵੈਲਿਊ ਕਿੰਨੀ ਆਏਗੀ? A ਉੱਪਰ ਚਲਾ ਜਾਏਗਾ, A ਮਲਟੀਪਲਾਈ ਬਾਈ tan φ, ਕ੍ਰੋਸ ਮਲਟੀਪਲਾਈ ਕਰ ਦਿੱਤਾ ਮੈਂ, ਸਾਡੇ ਕੋਲ ਆ ਜਾਏਗੀ L ਦੀ ਵੈਲਿਊ। ਕਲੀਅਰ? ਇਹ ਤੇ ਸਾਡੇ ਕੋਲ ਸਿਰਫ L ਆਇਆ, ਪਰ ਅਸੀਂ ਇਕੁਏਸ਼ਨ ਨੰਬਰ 1 ਦੇ ਵਿੱਚ ਸਾਡੀ ਵੈਲਿਊ DL ਹੈ। L ਦੀ ਵੈਲਿਊ ਨਹੀਂ ਭਰਨੀ, ਉੱਥੇ DL ਦੀ ਵੈਲਿਊ ਭਰਨੀ ਹੈ। ਇਹਦਾ ਮਤਲਬ ਕੀ ਕਰਾਂਗੇ? DL ਦੀ ਵੈਲਿਊ ਕਰਨ ਵਾਸਤੇ ਇਹਨੂੰ ਡਿਫਰੈਂਸ਼ੀਏਟ ਕਰਾਂਗੇ। ਇਥੇ ਲਿਖਾਂਗੇ ਨਾਲ ਅਸੀਂ ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ φ। ਇਸ ਇਕੁਏਸ਼ਨ ਨੂੰ φ ਦੇ ਨਾਲ ਡਿਫਰੈਂਸ਼ੀਏਸ਼ਨ ਕਰ ਦੋ ਇਹਦੀ, ਸਾਡੇ ਕੋਲ ਕੀ ਆ ਜਾਏਗਾ? DL ਬਾਈ d φ। ਇਹਦੀ ਜਦੋਂ ਡਿਫਰੈਂਸ਼ੀਏਸ਼ਨ ਕਰੋਗੇ φ ਦੇ ਨਾਲ, ਜਿਵੇਂ ਬੇਟਾ ਸਾਡੇ ਕੋਲ ਹੁੰਦਾ ਹੈ dy ਬਾਈ dx, ਉੱਥੇ ਕੀ ਹੁੰਦਾ ਹੈ? ਡਿਫਰੈਂਸ਼ੀਏਸ਼ਨ y ਦੀ ਵਿਦ ਰਿਸਪੈਕਟ ਟੂ x। ਇੱਥੇ ਡਿਫਰੈਂਸ਼ੀਏਸ਼ਨ L ਦੀ ਕਰਨੀ ਹੈ ਵਿਦ ਰਿਸਪੈਕਟ ਟੂ φ, ਤਦੇ dl ਬਾਈ d φ। ਤੇ L ਦੀ ਵੈਲਿਊ ਇੱਥੇ ਪੁੱਟ ਕਰ ਦਾਂਗੇ, ਸਾਡੇ ਕੋਲ ਆ ਜਾਏਗਾ d ਬਾਈ d φ। L ਦੀ ਜਗ੍ਹਾ ਤੇ A ਤੇ ਨਾਲ ਆ ਜਾਏਗਾ ਸਾਡੇ ਕੋਲ tan φ। L ਦੀ ਵੈਲਿਊ ਆ ਜਾਏਗੀ A ਮਲਟੀਪਲਾਈ ਬਾਈ tan φ ਐਂਡ ਇਟ ਇਜ਼ ਇਕੁਅਲ ਟੂ A ਬਾਹਰ ਆ ਗਿਆ ਤੇ ਸਾਡੇ ਕੋਲ ਰਹਿ ਗਿਆ d ਬਾਈ d φ ਆਫ ਸਾਡੇ ਕੋਲ ਕਿੰਨਾ ਆਏਗਾ? tan φ। tan φ ਦੀ ਡਿਫਰੈਂਸ਼ੀਏਸ਼ਨ A ਕਾਂਸਟੈਂਟ ਹੈ, ਇਹਨੂੰ ਅਸੀਂ ਜਿਹੜਾ ਹੈ ਪਰਪੈਂਡੀਕੂਲਰ ਡਿਸਟੈਂਸ ਬਾਹਰ ਕੱਢਤਾ, ਬਾਕੀ ਆ ਗਿਆ dy ਬਾਈ dt। ਇਟ ਇਜ਼ ਇਕੁਅਲ ਟੂ dl ਬਾਈ d φ। ਨਾਓ what is the differentiation of tan phi? tan ਦੀ differentiation ਸਾਡੇ ਕੋਲ ਪਤਾ ਹੈ ਤੇ
याद कर लें ਜਿਹੜੇ ਮੈਡੀਕਲ ਵਾਲੇ ਸਟੂਡੈਂਟਸ ਨੇ ਇਹਨਾਂ ਨੂੰ ਯਾਦ ਰੱਖਣ ਕਿ tan phi ਦੀ ਡਿਫਰੈਂਸ਼ੀਏਸ਼ਨ ਇਟ ਇਜ਼ secant square phi tan phi ਦੀ ਡਿਫਰੈਂਸ਼ੀਏਸ਼ਨ ਕਿੰਨੀ ਹੁੰਦੀ ਹੈ secant square phi secant ਕਿਹਦਾ ਆਊਟ ਹੁੰਦਾ ਹੈ cos ਦਾ cos ਦਾ ਜਿਹੜਾ ਇਨਵਰਸ ਹੁੰਦਾ ਹੈ ਰੈਸੀਪ੍ਰੋਕਲ ਉਹਨੂੰ ਬੋਲਦੇ ਆ secant ਇਹ ਤਾਂ ਸਕੁਅਰ ਹੈਗਾ ਜੇ ਧਿਆਨ ਨਾਲ ਨੋਟ ਕਰ ਲਓ tan phi ਦੀ ਡਿਫਰੈਂਸ਼ੀਏਸ਼ਨ secant square phi now this is the value of dl ਤੇ ਜਿਹੜਾ ਆ d phi ਹੈ ਇਹਨੂੰ ਮੈਂ ਇਹਦੇ ਨਾਲ ਕ੍ਰਾਸ ਮਲਟੀਪਲਾਈ ਕਰਤਾ ਪਹਿਲਾਂ ਮੈਂ ਇਹਨੂੰ ਹੱਲ ਕੀਤਾ ਉਹਦੀ ਜਗ੍ਹਾ ਤੇ secant square phi ਆਇਆ ਜੇ ਇਹ ਪੂਰੇ ਦਾ ਰਿਜ਼ਲਟ secant square phi ਤੇ ਆ ਜਿਹੜਾ d phi ਸੀ ਮੈਂ ਕ੍ਰਾਸ ਮਲਟੀਪਲਾਈ ਕਰਕੇ ਇਹਦੇ ਸਾਹਮਣੇ ਲਿਖ ਦਿੱਤਾ ਨਾਓ dl ਦੀ ਵੈਲਿਊ ਆ ਗਈ a secant square phi d phi ਤਿੰਨਾਂ ਚੀਜ਼ਾਂ ਨੂੰ ਅਸੀਂ ਦੇਖੋ phi ਦੇ ਵਿੱਚ ਜਿਹੜਾ ਹੈ ਕਨਵਰਟ ਕਰ ਦਿੱਤਾ ਹੈ ਨਾਓ ਪੁੱਟ all these values in equation number 1 now equation number 1 ਕਿਹੜੀ ਸੀ ਸਾਡੀ db equal to mu naught over 4 pi I dl sin theta over r square ਇਹ ਸੀਗੀ ਸਾਡੀ equation number 1 ਤੁਸੀਂ ਦੁਬਾਰਾ ਨਹੀਂ ਲਿਖਣੀ ਇਹਦੇ ਵਿੱਚ ਅਸੀਂ ਜਿਹੜੀ ਹੈ ਸਾਰੀ ਵੈਲਿਊਜ਼ ਪੁੱਟ ਕਰਨ ਲੱਗੇ ਆ therefore equation number 1 will become पहली इक्वेशन साडी की बन जाएगी now db equal to mu naught divided by 4 pi I ਦਾ I आ गया now dl ਦੀ कितनी वैल्यू है साडे कोल a secant square phi नाल कितना आ गया साडे कोल d phi मल्टीप्लाई नाल हैगा sin थीटा ਦੀ वैल्यू ਅਸੀਂ ਨਿਕਾਲੀ ਸੀ phi ਦੇ ਵਿੱਚ ਸਾਡੀ ਕਿਹੜੀ ਵੈਲਿਊ ਆਈ ਸੀ ਪਿੱਛੇ ਦੇਖੋ ਉਹ ਸਾਡੇ ਕੋਲ ਆਈ ਸੀ cos phi sin θ ਦੀ ਵੈਲਿਊ ਆ ਗਈ cos phi ਤੇ ਡਿਵਾਈਡਡ ਬਾਈ ਅਸੀਂ r ਦੀ ਵੈਲਿਊ ਵੀ ਨਿਕਾਲੇ ਸੀ ਤੇ r ਦੀ ਵੈਲਿਊ ਆਈ ਸੀ ਸਾਡੇ ਕੋਲ a ਓਵਰ ਸਾਡੇ ਕੋਲ ਆਈ ਸੀ cos phi ਤੇ ਉੱਪਰ ਆ ਜਾਏਗਾ ਸਾਡੇ ਕੋਲ ਸਕੁਅਰ ਇਹ ਤਿੰਨੋਂ ਵੈਲਿਊਜ਼ ਜਿਹੜੀਆਂ ਨੇ ਮੈਂ ਪਹਿਲਾਂ ਤੁਹਾਨੂੰ ਨਿਕਾਲ ਕੇ ਦਿੱਤੀਆਂ ਉਥੋਂ ਮੈਂ ਇਸ ਇਕੁਏਸ਼ਨ ਦੇ ਵਿੱਚ ਇਹਨਾਂ ਦੀ ਜਗ੍ਹਾ ਦੇ ਉੱਤੇ ਮੈਂ ਪੁੱਟ ਕਰ ਦਿੱਤੀਆਂ ਨਾਓ ਇਹਨੂੰ ਅਸੀਂ थोड़ा जा फर्दर होर सॉल्व करते हैं साडे कोल की आएगा म्यू नॉट डिवाइडेड बाय 4 पाई नाल आ गया I नाउ दिस इज a नाउ व्हाट इज secant square phi secant square phi ਜਿਹੜਾ ਹੈ ਕਿਹਦਾ ਉਲਟ ਹੁੰਦਾ ਹੈ cos square ਦਾ ਇਹ ਨੀਚੇ ਆ ਜਾਏਗਾ ਇਹ ਸਾਡੇ ਕੋਲ ਕਿੰਨਾ ਬਣ ਜਾਏਗਾ ਆ ਗਿਆ ਸਾਡੇ ਕੋਲ cos phi ਨਾਲ ਆ ਗਿਆ ਸਾਡੇ ਕੋਲ d phi डिवाइडेड बाय ए secant square phi ਨੂੰ ਅਸੀਂ ਲਿਖ ਦਿੱਤਾ ਇੱਥੇ cos square phi secant square phi is the reciprocal of cos square phi now ਇਹਨਾਂ ਦਾ ਸਕੁਅਰ ਹੱਲ ਕਰ ਲਓ it is a square over ਸਾਡੇ ਕੋਲ ਆ ਜਾਏਗਾ cos square phi ਸਕੁਅਰ ਵੱਖਰੇ ਵੱਖਰੇ ਕਰਤੇ cos square phi ਨਾਲ cos square phi ਕੈਂਸਲ ਇੱਕ a ਦੇ ਨਾਲ ਇੱਕ a ਸਾਡਾ ਵਿੱਚੋਂ ਕੀ ਹੋ ਜਾਏਗਾ ਕੈਂਸਲ ਐਂਡ ਵੀ ਗੈਟ ਦੀ ਰਿਜ਼ਲਟ ਸਾਡੇ ਕੋਲ ਬਚੇਗਾ db is equal to mu naught over 4 pi ਇੱਕ ਰਹਿ ਗਿਆ I ਇੱਕ ਸਾਡੇ ਕੋਲ ਆ ਗਿਆ cos phi ਨਾਲ ਆ ਗਿਆ d phi divided by ਸਾਡੇ ਕੋਲ ਸਿਰਫ ਤੇ ਸਿਰਫ ਰਹੇਗਾ ਨੀਚੇ a it is the small मैग्नेटिक फील्ड ਜਿਹੜਾ ਸਾਰਾ ਅਸੀਂ ਸੋਲਵ ਕੀਤਾ ਉਹਦੇ ਅਕੋਰਡਿੰਗ ਸਾਡੇ ਕੋਲ ਸਮਾਲ ਅਮਾਉਂਟ ਆਫ ਮੈਗਨੈਟਿਕ ਫੀਲਡ ਜਿਹੜਾ ਇਹ ਸਾਡੇ ਕੋਲ ਆ ਗਿਆ ਇਕੁਏਸ਼ਨ ਨੰਬਰ 2 ਸਾਰੇ ਨੂੰ ਅਸੀਂ ਦੇਖੋ phi ਦੇ ਵਿੱਚ ਜਿਹੜਾ ਹੈ ਆਪਾਂ ਕਨਵਰਟ ਜਿਹੜਾ ਹੈ ਉਹਨੂੰ ਆਪਾਂ ਕਰ ਲਿਆ ਨਾਓ ਸਾਰੇ ਨੂੰ ਅਸੀਂ phi ਦੇ ਵਿੱਚ ਕਿਉਂ ਕਨਵਰਟ ਕੀਤਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਆਓ ਇਹਦੇ ਬਾਰੇ ਦੇਖਦੇ ਹਾਂ ਅਸੀਂ ਪੂਰੀ ਵਾਇਰ ਕਰਕੇ ਮੈਗਨੈਟਿਕ ਫੀਲਡ ਨਿਕਾਲਣਾ ਹੈ ਪਹਿਲਾਂ ਅਸੀਂ ਸਮਾਲ ਪੋਰਸ਼ਨ ਦਾ ਨਿਕਾਲਿਆ ਅਸੀਂ ਪੂਰੀ ਵਾਇਰ ਕਰਕੇ ਜਦੋਂ ਮੈਗਨੈਟਿਕ ਫੀਲਡ ਨਿਕਾਲਣਾ ਹੈ ਕਹਿਣ ਦਾ ਮਤਲਬ ਇੱਥੋਂ ਲੈ ਕੇ ਤੇ ਅਸੀਂ ਜਿਹੜਾ ਹੈ ਇੱਥੋਂ ਤੱਕ ਜਿਹੜਾ ਪੂਰੀ ਵਾਇਰ ਦਾ ਮੈਗਨੈਟਿਕ ਫੀਲਡ ਜਿਹੜਾ ਅਸੀਂ ਇੱਥੇ ਨਿਕਾਲਣਾ ਹੈ ਨਾਓ ਹਾਊ ਟੂ ਕੈਲਕੂਲੇਟ ਉਹ ਕਿਸ ਤਰ੍ਹਾਂ ਆਏਗਾ ਸਾਡੇ ਕੋਲ ਇਹ ਐਂਗਲ ਚੱਲਦਾ ਪਿਆ phi ਇਹਦਾ ਮਤਲਬ ਸਾਡੇ ਕੋਲ ਐਂਗਲ ਜਿਹੜਾ ਚੱਲੇਗਾ ਇੱਥੋਂ ਲੈ ਕੇ ਪਹਿਲਾਂ ਇਹਨਾਂ ਐਂਗਲ ਪਲੱਸ ਇਹ ਵਾਲਾ ਸਾਰਾ ਐਂਗਲ ਫਿਰ ਸਾਡੇ ਕੋਲ ਟੋਟਲ ਹੋ ਜਾਏਗਾ ਦੇਖੋ
पूरा एंगल लेना ਅਸੀਂ एंगल लेना है पूरा, क्योंकि पूरी वायर ने इना बड़ा जिहड़ा साडा एंगल बनाया। ਇਹਦਾ मतलब एक हिस्सा इस परपेंडिकुलर दे नीचे नूं आएगा, दूसरा हिस्सा जिहड़ा ऊपर नूं आया, एक नीचे नूं ते एक ऊपर नूं है। ਅਸੀਂ दो एंगल्स लवांगे, ऊपर वाला φ2 कह दिता ते जिहड़ा नीचे वाला एंगल है इसनूं ਅਸੀਂ कह दिंदे आ φ1। इट मीन्स टोटल मैग्नेटिक फील्ड, टोटल मैग्नेटिक फील्ड एट पॉइंट P ड्यू टू होल वायर इज गिवन बाय, ਅਸੀਂ ਕੀ ਕਰਾਂਗੇ इंटैग्रेशन कर देंगे स्मॉल मैग्नेटिक फील्ड की इंटैग्रेशन करके असी इत्थे टोटल जिहड़ा है फील्ड जिहड़ा आपां कैलकुलेट करना है। ते इंटैग्रेशन कित्थों लैनी है, एक एंगल है φ1, एक एंगल है साडे कोल φ2, इत्थे तुसी जिहड़ा है माइनस का साइन निकालना है। जिहड़ा एंगल OPM दे नीचे है वो माइनस, जिहड़ा ऊपर है वो साडा जिहड़ा आएगा वो प्लस च आएगा। एक एंगल एंटी क्लॉकवाइज, दूजा जिहड़ा एंगल आएगा साडे कोल वो आएगा साडे कोल क्लॉकवाइज। एक एंगल इत्थों लिया ते एक एंगल असीं इत्थों लिया, आ एंटी क्लॉकवाइज है, ए पॉजिटिव, ए साडा क्लॉकवाइज चलेगा, इनू असीं जिहड़ा लैने आ एंटी अपना नेगेटिव, ते टोटल आ जाएगा साडे कोल माइनस φ1 टू φ2, इत्थे आ जाएगा साडे कोल dB ते असीं विच वैल्यू भर दांगे dB दी, कितनी आएगी माइनस φ1 तो लैके φ2 तक, ते dB की वैल्यू साडे कोल है कितनी μ0/4π, नाल आ जाएगा I, नाल आ जाएगा cos φ, नाल आ जाएगा d φ डिवाइडेड बाय साडे कोल आ जाएगा नीचे A। आओ इस नूं हुण असीं जिहड़ा है होर फर्दर जिहड़ा आपां इहनूं सॉल्व करदे। नाउ B इक्वल टू कांस्टेंट चीज नूं इंटैग्रेशन दे विचों असी बाहर निकाल लेना है, I भी बाहर आ जाएगा ते A भी बाहर आ गया। μ0/4π वैसे कांस्टेंट, I भी बाहर आ गया, ओवर च A भी बाहर आ गया। A क्यों कांस्टेंट है, परपेंडिकुलर डिस्टेंस फ्रॉम द ऑब्जर्वेशन पॉइंट इट इज फिक्स। ते अंदर जिहड़ा इंटैग्रेशन दे अंदर साडे कोल जिहड़ा रह जाएगी टर्म वो रह जाएगी साडे कोल cos φ, नाल रह जाएगा साडे कोल d φ। नाउ what is the integration of cos phi? cos phi दी integration मैनू दसो पहला कितनी हुंदी है, नॉन मेडिकल वाले स्टूडेंट नूं पता है ते मेडिकल वाले भी इनू याद रखणगे। cos phi दी जिहड़ी साडी इंटैग्रेशन हुंदी है इट इज इक्वल टू sin phi। cos phi दी इंटैग्रेशन sin phi, जदों इंटैग्रेशन करदे आ दोबारा नहीं लगाईदा, कई स्टूडेंट्स पूछते ने भी आ d phi किधर चला गया। टोटल जिहड़ी है इंटैग्रेशन कर दी है, डिफरेंशिएशन नू इंटैग्रेट कन्वर्ट करके सिंपल sin phi ते लिमिट किहड़े पासे असीं पुट करदे हुंदे आ, राइट साइड दे उत्ते असीं जिहड़ी है इहदी लिमिट लगावांगे माइनस φ1 टू φ2। नाउ सब नाल पहला असीं किहड़ी लिमिट पुट करदे आ, μ0/4π I/A। पहला असीं लिमिट किहड़ी पुट करदे आ, अपर phi दी जगह दे उत्ते साडे कोल आ जाएगा sin φ2, phi की जगह ते φ2, अगे साइन केड़ा पाने असीं हमेशा नेगेटिव, जो नेगेटिव साइन पाया अगे साइन आ गया। हुण phi की जगह ते की आएगा माइनस φ1, इनू जिहड़ा असीं स्क्वायर ब्रैकेट च कर दिंदे आ क्योंकि इत्थे साडे कोल स्मॉल ब्रैकेट आई है। नाउ कितना आएगा, फिर देखो पहला अपर लिमिट sin φ2, अगे साइन केड़ा पुट करदे हमेशा माइनस, उस तो बाद साइन लेके phi की जगह ते माइनस φ1, और B इक्वल टू μ0/4π I/A ते ब्रैकेट विच साडे कोल आ गया sin φ2। नाउ व्हाट इज sin माइनस थीटा, एक फार्मूला है नोट कर लो, जे पता है ठीक है, नहीं तो नोट करो। sin माइनस थीटा इज इक्वल टू माइनस साइन थीटा। जे अंदर एंगल दे अंदर माइनस लगा होवे ते ओ माइनस साइन बाहर आ जाता है। साइन माइनस थीटा इज इक्वल टू माइनस साइन थीटा।
ਇਹਦਾ ਮਤਲਬ ਆਹ ਵਾਲਾ ਮਾਈਨਸ ਜਿਹੜਾ ਹੈ ਬਾਹਰ ਆ ਜਾਏਗਾ ਤੇ ਬਾਹਰ ਆਉਣ ਕਰਕੇ ਬਾਹਰ ਕਿਹੜਾ ਸਾਈਨ ਹੋ ਜਾਏਗਾ ਪਲੱਸ, ਮਾਈਨਸ ਬਾਹਰ ਆ ਗਿਆ, ਮਾਈਨਸ ਮਾਈਨਸ ਪਲੱਸ, ਫਿਰ ਸਾਡੇ ਕੋਲ ਜਿਹੜੀ ਹੈ ਵੈਲਿਊ ਆ ਜਾਏਗੀ sin phi 1. Now this is the formula to calculate magnetic field at any point due to current carrying straight wire. ਪਹਿਲਾਂ ਅਸੀਂ phi 1 ਪਾ ਦਿੰਨੇ ਆ, ਫਿਰ ਅਸੀਂ ਇੱਥੇ ਲਿਖ ਦਿੰਨੇ ਆ sin phi 2, ਕਿਉਂਕਿ ਦੋਨੋਂ ਪਲੱਸ ਹੀ ਨੇ, ਜਿਹੜਾ ਮਰਜੀ ਪਹਿਲਾਂ ਲਿਖੋ. Now this is the result of magnetic field at point P. P ਪੁਆਇੰਟ ਦੇ ਉੱਪਰ ਜਿਹੜਾ ਅਸੀਂ ਮੈਗਨੈਟਿਕ ਫੀਲਡ ਨਿਕਾਲਿਆ ਉਹਦਾ ਫਾਰਮੂਲਾ ਕੀ ਹੁੰਦਾ ਹੈ, mu naught I over 4 pi a sin phi 1 plus sin phi 2. I think ਤੁਹਾਨੂੰ ਜਿਹੜਾ ਹੈ ਇੱਥੋਂ ਤੱਕ ਜਿਹੜਾ ਆਰਟੀਕਲ ਜਿਹੜਾ ਹੈ ਉਹ ਕਲੀਅਰ ਹੋ ਗਿਆ. Now case, ਅਸੀਂ ਪਹਿਲਾ ਕੇਸ ਅਸੀਂ ਡਿਸਕਸ ਕਰਨ ਲੱਗੇ ਹਾਂ. ਮੰਨ ਲਓ ਕਿ ਸਾਡੀ ਜਿਹੜੀ ਵਾਇਰ ਹੈ it is of infinite length, ਬਹੁਤ ਵੱਡੀ ਜਿਹੜੀ ਹੈ ਵਾਇਰ ਹੈ, ਪਤਾ ਹੀ ਨਹੀਂ ਉਹਦੀ ਲੈਂਥ ਕਿੰਨੀ ਹੈ. if the wire is of infinite length on both side of the observation point, ਕਹਿਣ ਦਾ ਮਤਲਬ ਇਹਨੂੰ ਜਿਹੜਾ ਧਿਆਨ ਨਾਲ ਦੇਖਣਾ. ਮੰਨ ਲਓ ਕਿ ਆ ਸਾਡੇ ਕੋਲ ਇੱਕ ਕੰਡਕਟਰ ਹੈ, ਇਹ ਤੁਹਾਡੇ ਸਮਝ ਵਾਸਤੇ ਹੈ, ਇਹਨੂੰ ਪਹਿਲਾਂ ਧਿਆਨ ਨਾਲ ਦੇਖੋ. ਇਹਨੂੰ ਤੁਸੀਂ ਉੱਥੇ ਡਾਇਗਰਾਮ 'ਚ ਨਹੀਂ ਲਿਖਣਾ, ਲੇਕਿਨ ਸਮਝੋ. ਆ ਸਾਡਾ ਆਬਜ਼ਰਵੇਸ਼ਨ ਪੁਆਇੰਟ ਹੈ P, ਇਹ ਸਾਡਾ ਇੱਥੇ ਪਰਪੈਂਡੀਕੂਲਰ ਡਿਸਟੈਂਸ ਹੈਗਾ A. ਜੇਕਰ ਤੇ ਸਾਡੇ ਕੋਲ ਵਾਇਰ ਇੰਨੀ ਕੀ ਹੈ, ਫਿਰ ਸਾਡਾ ਦੇਖੋ ਆ ਐਂਗਲ phi 1, ਇੱਕ ਐਂਗਲ ਸਾਡੇ ਕੋਲ ਹੈਗਾ phi 2. ਜੇ ਆ ਵਾਇਰ ਦੀ ਲੈਂਥ ਵੱਡੀ ਕਰ ਦਈਏ, ਜੇ ਲੈਂਥ ਅਸੀਂ ਲੰਬੀ ਕਰਦੇ ਆ, ਫਿਰ ਸਾਨੂੰ ਇੱਥੋਂ ਜੁਆਇਨ ਕਰਨਾ ਪਏਗਾ. ਤੁਸੀਂ ਦੇਖੋਗੇ, ਨੋਟ ਕਰੋਗੇ ਐਂਗਲ ਵੱਧ ਗਿਆ. ਜੇ ਹੋਰ ਲੈਂਥ ਅਸੀਂ ਅੱਗੇ ਕਰਦੇ ਆ ਤੇ ਤੁਸੀਂ ਦੇਖੋਗੇ ਐਂਗਲ ਹੋਰ ਵਧਦਾ ਪਿਆ. ਇਸ ਤਰ੍ਹਾਂ ਕਰਦੇ ਕਰਦੇ ਜੇਕਰ ਸਾਡੇ ਕੋਲ ਵਾਇਰ ਦੀ ਲੈਂਥ ਇਨਫਾਈਨਾਈਟ ਹੋ ਜਾਏਗੀ ਤੇ ਆ ਜਿਹੜਾ ਹੈ ਕਿੱਥੇ ਜਾ ਕੇ ਮੀਟ ਕਰੇਗਾ, ਕਹਿਣ ਦਾ ਮਤਲਬ ਆ ਐਂਗਲ ਵੱਧਦਾ ਵੱਧਦਾ ਸਾਡੇ ਕੋਲ ਕਿੰਨਾ ਹੋ ਜਾਏਗਾ, 90 ਡਿਗਰੀ. ਹਾਂਜੀ, ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ. ਜੇਕਰ ਸਾਡੀ ਵਾਇਰ ਦੀ ਲੈਂਥ ਬਹੁਤ ਲੰਬੀ ਹੈ, ਇਨਫਾਈਨਾਈਟ ਹੈ, ਇਹਦਾ ਮਤਲਬ ਜਦੋਂ ਇਸ ਪੁਆਇੰਟ ਨੂੰ ਇਨਫਿਨਿਟੀ ਤੇ ਜੋੜੋਗੇ ਤੇ ਸਾਡੀਆਂ ਦੋ ਜਿਹੜੀਆਂ ਲਾਈਨਸ ਇੱਕ ਦੂਜੇ ਦੇ ਬਿਲਕੁਲ ਜਿਹੜੀਆਂ ਨੇ ਉਹ ਪੈਰਲਲ ਹੋ ਜਾਂਦੀਆਂ, ਕਿਉਂਕਿ ਜਦੋਂ ਇਨਫਾਈਨਾਈਟ ਲੈਂਥ ਹੁੰਦੀ ਹੈ ਕਦੀ ਵੀ ਲਾਈਨਸ ਆਪਸ ਵਿੱਚ ਮੀਟ ਨਹੀਂ ਕਰਦੀਆਂ. ਕਿੱਥੇ ਮੀਟ ਕਰਨਗੇ, ਇਨਫਾਈਨਾਈਟ ਤੇ ਆਹ ਲਾਈਨ ਬਿਲਕੁਲ ਸਿੱਧੀ ਜੋੜਨੀ ਪਏਗੀ ਤੇ ਸਾਡਾ ਐਂਗਲ ਕਿੰਨਾ ਹੋ ਜਾਏਗਾ, 90. ਸਿਮਿਲਰਲੀ ਜੇ ਇਧਰ ਨੂੰ ਵੀ ਲੈਂਥ ਸਾਡੀ ਇਨਫਾਈਨਾਈਟ ਹੋਏਗੀ ਤੇ ਆਹ ਐਂਗਲ ਜਿਹੜਾ ਹੈ ਹੋਰ ਵਧਦਾ ਜਾਏਗਾ, ਹੋਰ ਵੱਡੀ ਕਰੋਗੇ ਇਸ ਤਰ੍ਹਾਂ ਜਾਏਗਾ. ਇੱਕ ਸਟੇਜ ਆਏਗੀ ਕਿ ਆਹ ਐਂਗਲ ਜਿਹੜਾ ਹੈ ਟੋਟਲੀ ਸਾਡਾ ਕਿੰਨਾ ਬਣ ਜਾਏਗਾ, 90 ਡਿਗਰੀ. ਇਹਦਾ ਮਤਲਬ ਜੇਕਰ ਆਬਜ਼ਰਵੇਸ਼ਨ ਪੁਆਇੰਟ ਤੋਂ ਉੱਪਰ ਲੈਂਥ ਇਨਫਾਈਨਾਈਟ, ਆਬਜ਼ਰਵੇਸ਼ਨ ਪੁਆਇੰਟ ਤੋਂ ਨੀਚੇ ਉਹ ਵੀ ਲੈਂਥ ਇਨਫਾਈਨਾਈਟ ਹੈ, then the angle phi 1 and phi 2 will become 90 degree. Now case ਕੀ ਹੈ, if the wire is of infinite length on both sides of ऑब्जर्वेशन पॉइंट P, दोनों पासे इन्फिनिटी दे, इधरों भी बहुत लंबी है, फिर आ एंगल वादा वादा 90, देन साढ़े कोल phi 1 इक्वल टू phi 2, दोनों दी जड़ी है वैल्यू की दे कोल आएगी 90 डिग्री दे कोल आएगी. इथे भी 90 पुट करना पड़ेगा सानू, इथे भी 90 पुट करना पड़ेगा. देन B मैग्नेटिक फील्ड की बन जाएगा, साढ़े कोल आ जाएगा म्यू नॉट ओवर 4 पाई इंटू I ओवर A, ਤੇ ਇੱਥੇ ਆ ਜਾਏਗਾ ਸਾਡੇ ਕੋਲ sin 90, ਫਿਰ ਸਾਡੇ ਕੋਲ ਆ ਜਾਏਗਾ sin 90, sin 90 1 plus 1, ਸਾਡੇ ਕੋਲ ਜਿਹੜੀ ਹੈ ਉਹ ਵੈਲਿਊ ਕਿੰਨੀ ਆਏਗੀ. ਨਾਓ B will become mu naught I over 4 pi A 1 plus 1, ਤੇ 1 plus 1 ਸਾਡੇ ਕੋਲ ਕਿੰਨਾ ਹੋ ਜਾਏਗਾ, B equal to mu naught I into 2 over 4 pi A, ਤੇ 2 ਨਾਲ ਤੁਸੀਂ
ਆ ਕੈਨਸਲ ਕਰ ਦੋ। ਨਾਓ ਵੀ ਗੈਟ B is equal to mu naught I over 2 pi A। ਇਹ ਸਾਡਾ ਜਿਹੜਾ ਫਾਰਮੂਲਾ ਹੈ ਸ਼ਾਰਟਕਟ ਦੇ ਵਿੱਚ ਅਸੀਂ ਲਗਾਵਾਂਗੇ ਜਦੋਂ ਸਾਡੇ ਕੋਲ ਵਾਇਰ ਦੀ ਜਿਹੜੀ ਲੈਂਥ ਹੈ it become infinite on both side of the observation point। ਇਹਨੂੰ ਨੋਟ ਕਰ ਲਓ। ਨਾਓ ਇਨ ਕੇਸ ਮੰਨ ਲਓ ਕਿ ਸਾਡੇ ਕੋਲ ਇਸ ਤਰ੍ਹਾਂ ਹੈ ਵਾਇਰ, ਆ ਸਾਡਾ ਆਬਜ਼ਰਵੇਸ਼ਨ ਪੁਆਇੰਟ ਹੈ। ਆਬਜ਼ਰਵੇਸ਼ਨ ਪੁਆਇੰਟ ਬਿਲਕੁਲ ਐਂਡ ਦੇ ਲਾਗੇ ਹੈ, y ਦੇ ਉੱਪਰ ਹੈ। ਇਹ ਸਾਡੀ ਵਾਇਰ ਹੈ ਜਿਹਦੇ ਚ ਕਰੰਟ ਫਲੋ ਕਰ ਰਿਹਾ I। ਆਬਜ਼ਰਵੇਸ਼ਨ ਪੁਆਇੰਟ ਇਜ਼ ਨੀਅਰ ਦਾ ਐਂਡ ਤੇ ਦੂਜੇ ਪਾਸੇ ਵਾਇਰ ਜਿਹੜੀ ਹੈ ਸਾਡੀ ਜਿਹੜੀ ਹੈ ਇਨਫਾਈਨਾਈਟ ਹੈ। ਇਧਰੋਂ ਇਨਫਾਈਨਾਈਟ ਹੈ ਪਰ ਆਬਜ਼ਰਵੇਸ਼ਨ ਪੁਆਇੰਟ ਇੱਕ ਐਂਡ ਦੇ ਲਾਗੇ ਹੈ। ਜਦੋਂ ਆਬਜ਼ਰਵੇਸ਼ਨ ਪੁਆਇੰਟ ਸਾਡਾ ਐਂਡ ਤੇ ਹੋਏਗਾ ਦੈਨ ਇੱਕ ਐਂਗਲ ਸਾਡਾ ਜਿਹੜਾ ਹੈ ਉਹ 0 ਹੋ ਜਾਏਗਾ ਤੇ ਦੂਸਰੇ ਪਾਸੋਂ ਜਿਹੜਾ ਹੈ ਐਂਗਲ ਸਾਡਾ ਜਿਹੜਾ ਹੈ ਉਹ 90 ਡਿਗਰੀ ਆਏਗਾ। ਮਤਲਬ ਦੂਜਾ ਕੇਸ ਕੀ ਹੈ ਸਾਡੇ ਕੋਲ, ਇਫ ਕੇਸ ਨੰਬਰ 2 if observation point is near the one end and other end is at infinite ਤੇ ਦੂਜਾ ਐਂਡ ਸਾਡੇ ਕੋਲ ਇਨਫਾਈਨਾਈਟ ਹੈ, then what will happen, ਜਿਹੜਾ phi2 ਹੋਏਗਾ it will become 0 ਤੇ phi1 ਸਾਡਾ ਬਣੇਗਾ 90। ਇੱਥੇ 90 ਭਰਾਂਗੇ sin 90 1, ਇੱਥੇ 0 ਭਰਾਂਗੇ ਤੇ sin 0 ਸਾਡਾ 0, ਇੱਥੇ 1 ਆਏਗਾ and we get the result only equal to B equal to mu naught I over 4 pi A। This will be the result of magnetic field when the wire is of infinite length on one side। ਜਦੋਂ ਆਬਜ਼ਰਵੇਸ਼ਨ ਪੁਆਇੰਟ ਇੱਕ ਐਂਡ ਦੇ ਉੱਪਰ ਆ ਗਿਆ, ਦੂਜੇ ਪਾਸੇ ਇਨਫਾਈਨਾਈਟ ਹੈ, ਇੱਕ ਐਂਗਲ 90, ਇੱਕ ਐਂਗਲ ਸਾਡਾ 0, ਇਥੋਂ 1 ਬਚੇਗਾ, ਦੂਜੇ ਪਾਸੋਂ ਸਾਡਾ ਜਿਹੜਾ ਹੈ ਉਹ 0 ਹੋ ਜਾਏਗਾ ਤੇ ਇਹ ਫਾਰਮੂਲਾ ਤੁਸੀਂ ਲਗਾਉਣਾ ਹੈ। ਇਹ ਦੋਨੋਂ ਫਾਰਮੂਲੇ ਜਿਹੜੇ ਆ ਬੇਟਾ ਤੁਸੀਂ ਯਾਦ ਰੱਖਣੇ ਆ। ਦਿਸ ਇਜ਼ ਆਲ ਅਬਾਊਟ ਕਰੰਟ ਕੈਰਿੰਗ ਵਾਇਰ, ਸਟ੍ਰੇਟ ਕੰਡਕਟਰ, ਮੈਗਨੈਟਿਕ ਫੀਲਡ। ਇਹਦੀ ਡਾਇਰੈਕਸ਼ਨ ਜਿਹੜੀ ਹੈ ਮੈਂ ਨੈਕਸਟ ਜਿਹੜਾ ਆਪਣਾ ਟੌਪਿਕ ਹੈ ਉਹਦੇ ਵਿੱਚ ਅਸੀਂ ਡਿਸਕਸ਼ਨ ਦੇ ਵਿੱਚ ਨਾਲ ਆਪਾਂ ਇਹਨੂੰ ਡਿਸਕਸ ਕਰਾਂਗੇ ਤੇ ਨਾਲ ਇਹਨਾਂ ਦੇ ਰਿਲੇਟਡ ਜਿਹੜੇ ਨੇ ਨਿਊਮੈਰੀਕਲਸ ਵੀ ਆਪਾਂ ਸੋਲਵ ਕਰਾਂਗੇ। ਥੈਂਕ ਯੂ।